ਹੇਠ ਦਿੱਤੀਆਂ ਤਸਵੀਰਾਂ ਵਿੱਚੋਂ ਇੰਡੀਆ ਗੇਟ ਦਿੱਲੀ ਦੀ ਕਿਹੜੀ ਤਸਵੀਰ ਹੈ? ਆਪਸ਼ਨ ਊੜਾ। ਇਹ ਤਸਵੀਰ ਕਿਸ ਦਾ ਸਰੋਤ ਹੈ? ਆਧੁਨਿਕ ਭਾਰਤੀ ਇਤਿਹਾਸ। ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? 18ਵੀਂ ਸਦੀ। 16ਵੀਂ ਸਦੀ ਦੌਰਾਨ ਕਿਹੜੇ ਮੁਗਲ ਬਾਦਸ਼ਾਹ ਨੇ ਭਾਰਤ ਉੱਤੇ ਰਾਜ ਕੀਤਾ? ਬਾਬਰ, ਹੁਮਾਯੂੰ, ਅਕਬਰ, ਸਾਰਿਆਂ ਨੇ। ਤਸਵੀਰ ਵਿੱਚ ਦਿੱਤੀ ਇਮਾਰਤ ਦਾ ਨਾਮ ਦੱਸੋ। ਸੰਸਦ ਭਵਨ। ਤਸਵੀਰ ਵਿੱਚ ਦਿੱਤੀ ਇਮਾਰਤ ਨੂੰ ਪਛਾਣੋ। ਇਹਨਾਂ ਵਿੱਚੋਂ ਕੋਈ ਨਹੀਂ। ਤਸਵੀਰ ਵਿੱਚ ਦਿੱਤੀ ਇਮਾਰਤ ਦੀ ਪਹਿਚਾਣ ਕਰੋ। ਤਾਜ ਮਹਲ। ਇਤਿਹਾਸ ਅਤੀਤ ਦਾ ਅਧਿਐਨ ਹੈ। ਇਤਿਹਾਸਕਾਰਾਂ ਨੇ ਸੰਸਾਰ ਦੇ ਇਤਿਹਾਸ ਨੂੰ 3 ਕਾਲਾਂ ਵਿੱਚ ਵੰਡਿਆ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਮੰਨਿਆ ਜਾਂਦਾ ਹੈ? 16ਵੀਂ ਸਦੀ। ਇਤਿਹਾਸਕਾਰਾਂ ਨੇ ਭਾਰਤ ਦੇ ਇਤਿਹਾਸ ਨੂੰ ਕਿੰਨੇ ਕਾਲਾਂ ਵਿੱਚ ਵੰਡਿਆ ਹੈ? 3 ਕਾਲਾਂ ਵਿੱਚ। 18ਵੀਂ ਸਦੀ ਵਿੱਚ ਮੁਗਲ ਸਾਮਰਾਜ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਰਿਆਸਤਾਂ ਆਜ਼ਾਦ ਹੋ ਗਈਆਂ ਸਨ। ਇਹਨਾਂ ਵਿੱਚੋਂ ਬੰਗਾਲ ਵੀ ਇੱਕ ਸੀ। ਕੀ ਤੁਸੀਂ ਜਾਣਦੇ ਹੋ ਕਿ ਬੰਗਾਲ ਨੂੰ ਸੁਤੰਤਰ ਕਿਸਨੇ ਘੋਸ਼ਿਤ ਕੀਤਾ? ਮੁਰਸ਼ਦ ਕੁਲੀ ਖਾਂ, ਅਲੀ ਵਰਦੀ ਖਾਂ, ਉਪਰੋਕਤ ਦੋਵਾਂ ਨੇ। ਭਾਰਤੀ ਇਤਿਹਾਸ ਵਿੱਚ 18ਵੀਂ ਸਦੀ ਦੇ ਕਾਲ ਨੂੰ ਹਨੇਰ ਯੁੱਗ ਸਮਝਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਮੁਗਲ ਸਾਮਰਾਜ ਦੇ ਪਤਨ ਤੋਂ ਬਾਅਦ ਸਥਾਨਕ ਤਾਕਤਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਅਵਧ ਨੂੰ ਸੁਤੰਤਰ ਕਿਸਨੇ ਘੋਸ਼ਿਤ ਕੀਤਾ? ਸ਼ਹਾਦਤ ਖਾਂ। ਯੂਰਪੀਅਨ ਸ਼ਕਤੀਆਂ ਪੁਰਤਗਾਲੀ, ਡੱਚ, ਫਰਾਂਸੀਸੀ ਅਤੇ ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਕੀ ਤੁਸੀਂ ਦੱਸ ਸਕਦੇ ਹੋ ਕਿ ਅੰਤ ਵਿੱਚ ਇਹਨਾਂ ਵਿੱਚੋਂ ਕਿਸ ਯੂਰਪੀਅਨ ਸ਼ਕਤੀ ਨੇ ਭਾਰਤ ਉੱਤੇ ਆਪਣਾ ਸਾਮਰਾਜ ਸਥਾਪਿਤ ਕੀਤਾ? ਅੰਗਰੇਜ਼। ਇਤਿਹਾਸ ਤੱਤਾਂ ਉੱਤੇ ਆਧਾਰਿਤ ਹੁੰਦਾ ਹੈ, ਇਸ ਲਈ ਇਸ ਦੀ ਰਚਨਾ ਦੇ ਲਈ ਕਈ ਇਤਿਹਾਸਕਾਰਾਂ ਨੂੰ ਵੱਖ-ਵੱਖ ਇਤਿਹਾਸਕ ਸਰੋਤਾਂ 'ਤੇ ਨਿਰਭਰ ਹੋਣਾ ਪੈਂਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਦਸਤਾਵੇਜ਼ ਇਤਿਹਾਸ ਲਿਖਣ ਵਿੱਚ ਸਹਾਈ ਹੁੰਦੇ ਹਨ? ਅਖਬਾਰ, ਰਸਾਲੇ, ਮੈਗਜ਼ੀਨ। ਇਹ ਸਾਰੇ ਹੀ। ਮੈਸੂਰ ਰਾਜ ਦਾ ਸੰਸਥਾਪਕ ਕੌਣ ਸੀ? ਹੈਦਰ ਅਲੀ। ਪਾਠ 7 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਚਿੱਤਰ ਵਿਚਲਾ ਵਿਅਕਤੀ ਕੌਣ ਹੈ? ਭਾਰਤ ਪਹੁੰਚਣ ਵਾਲਾ ਪੁਰਤਗਾਲੀ ਕਪਤਾਨ। ਚਿੱਤਰ ਵਿਚਲੇ ਵਿਅਕਤੀ ਦਾ ਸੰਬੰਧ ਕਿਸ ਯੁੱਗ ਨਾਲ ਹੈ? ਕਰਨਾਟਕ ਯੁੱਧ। ਚਿੱਤਰ ਵਿਚਲੇ ਵਿਅਕਤੀ ਦਾ ਨਾਮ ਦੱਸੋ ਜਿਸ ਨੇ 1746 ਈਸਵੀ ਵਿੱਚ ਮਦਰਾਸ ਵਿਖੇ ਅੰਗਰੇਜ਼ਾਂ ਦੀ ਬਸਤੀ 'ਤੇ ਅਧਿਕਾਰ ਕਰ ਲਿਆ। ਡੁਪਲੇ। ਕਰਨਾਟਕ ਦਾ ਪਹਿਲਾ ਯੁੱਧ ਕਦੋਂ ਹੋਇਆ? 1746 ਈਸਵੀ ਤੋਂ 1748 ਈਸਵੀ। ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ ਕਿਸ ਨੇ ਸਹਾਇਕ ਸੰਧੀ ਪ੍ਰਣਾਲੀ ਸ਼ੁਰੂ ਕੀਤੀ? ਲਾਰਡ ਵੈਲਜ਼ਲੀ। ਪਲਾਸੀ ਦੀ ਲੜਾਈ ਕਦੋਂ ਹੋਈ? ਕਦੋਂ ਲੜੀ ਗਈ? 1757 ਈਸਵੀ ਵਿੱਚ। ਫਰਾਂਸੀਸੀਆਂ ਦੁਆਰਾ ਕਿੰਨੀਆਂ ਬਸਤੀਆਂ ਸਥਾਪਿਤ ਕੀਤੀਆਂ ਗਈਆਂ? 3। ਮਾਹੀ, ਚੰਦਰਨਗਰ, ਕਾਰੀਕਲ। ਲੈਪਸ ਦੀ ਨੀਤੀ ਕਿਸ ਦੁਆਰਾ ਅਪਣਾਈ ਗਈ? ਲਾਰਡ ਡਲਹੌਜੀ। ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਖਤਮ ਕੀਤੀ ਗਈ? 1772 ਈਸਵੀ ਵਿੱਚ। ਨਵਾਬ ਮੀਰ ਕਾਸਮ ਬੰਗਾਲ ਤੋਂ ਭੱਜ ਕੇ ਕਿੱਥੇ ਗਿਆ? ਅਵਧ। ਤਸਵੀਰ ਵਿਚਲੇ ਸ਼ਾਸਕ ਨੂੰ ਪਹਿਚਾਣੋ। ਟੀਪੂ ਸੁਲਤਾਨ। ਭਾਰਤ ਯੂਰਪੀ ਵਪਾਰ ਦੇ 3 ਮੁੱਖ ਰਸਤੇ ਸਨ। ਇਹ ਰਸਤੇ 15ਵੀਂ ਸਦੀ ਵਿੱਚ ਪੱਛਮੀ ਏਸ਼ੀਆ ਵਿੱਚ ਅਤੇ ਦੱਖਣ ਪੂਰਬ ਦੇ ਪ੍ਰਦੇਸ਼ਾਂ ਵਿੱਚ ਤੁਰਕਾਂ ਦਾ ਰਾਜ ਸਥਾਪਿਤ ਹੋਣ ਨਾਲ ਬੰਦ ਹੋ ਗਏ ਸਨ। ਇਸ ਕਰਕੇ ਯੂਰਪੀ ਦੇਸ਼ਾਂ ਦੇ ਭਾਰਤ ਨਾਲ ਵਪਾਰ ਕਰਨ ਲਈ ਨਵੇਂ ਸਮੁੰਦਰੀ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ। ਸਿੱਟੇ ਵਜੋਂ ਵਾਸਕੋ ਡੀ ਗਾਮਾ ਸਮੁੰਦਰੀ ਰਸਤੇ ਰਾਹੀਂ ਭਾਰਤ ਪਹੁੰਚਣ ਵਾਲਾ ਪਹਿਲਾ ਯਾਤਰੀ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਕਿਸ ਦੇਸ਼ ਦਾ ਵਾਸੀ ਸੀ? ਪੁਰਤਗਾਲ। ਇਹਨਾਂ ਵਿੱਚੋਂ ਕਿਹੜੀਆਂ ਯੂਰਪੀਅਨ ਸ਼ਕਤੀਆਂ ਨੇ ਭਾਰਤ ਵਿੱਚ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ? ਅੰਗਰੇਜ਼, ਪੁਰਤਗਾਲੀ, ਡੱਚ। ਇਹਨਾਂ ਸਾਰਿਆਂ ਨੇ ਹੀ। ਪਲਾਸੀ ਦੀ ਲੜਾਈ ਦਾ ਮੁੱਖ ਕਾਰਨ ਕੀ ਸੀ? ਨਿਯਮ ਪ੍ਰਣਾਲੀ ਦੀ ਅੰਗਰੇਜ਼ਾਂ ਦੁਆਰਾ ਗਲਤ ਵਰਤੋਂ। ਇਹ ਲੜਾਈ ਸਿਰਾਜੁਦੌਲਾ ਅਤੇ ਰਾਬਰਟ ਕਲਾਈਵ ਦੀਆਂ ਸੈਨਾਵਾਂ ਵਿਚਕਾਰ ਹੋਈ ਸੀ। ਇਸ ਨੂੰ ਪਲਾਸੀ ਦੀ ਲੜਾਈ ਵੀ ਕਿਹਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਲੜਾਈ ਕਦੋਂ ਹੋਈ? 1757 ਈਸਵੀ ਵਿੱਚ। ਅੰਗਰੇਜ਼ ਜੋ ਕਿ ਭਾਰਤ ਵਿੱਚ ਵਪਾਰ ਕਰਨ ਲਈ ਆਏ ਸਨ, ਪਰੰਤੂ ਇਹਨਾਂ ਨੇ ਭਾਰਤ ਦੀ ਰਾਜਨੀਤਿਕ ਦਸ਼ਾ ਦਾ ਲਾਭ ਉਠਾਉਂਦੇ ਹੋਏ ਇਸ ਉੱਤੇ ਆਪਣਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ
ਕਿਸ ਲੜਾਈ ਨੇ ਬੰਗਾਲ ਵਿੱਚ ਅੰਗਰੇਜ਼ੀ ਰਾਜ ਦੀ ਨੀਂਹ ਰੱਖੀ? ਪਲਾਸੀ ਦੀ ਲੜਾਈ। ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਆਪਸੀ ਸਬੰਧ ਖਰਾਬ ਹੋਣ ਦਾ ਕਾਰਨ ਕੀ ਸੀ? ਭਾਰਤ ਵਿੱਚ ਵਪਾਰਕ ਸਰਵਉੱਚਤਾ ਕਾਇਮ ਕਰਨ ਦੇ ਲਈ, ਭਾਰਤ ਵਿੱਚ ਰਾਜਨੀਤਿਕ ਸਰਵਉੱਚਤਾ ਕਾਇਮ ਕਰਨ ਦੇ ਲਈ। ਇਹ ਦੋਵੇਂ ਹੀ। ਬਕਸਰ ਦੀ ਲੜਾਈ ਅੰਗਰੇਜ਼ਾਂ ਅਤੇ ਕਿਸ ਵਿਚਕਾਰ ਹੋਈ? ਸ਼ਾਹ ਆਲਮ, ਸਰਾਜੁਦੌਲਾ, ਮੀਰ ਕਾਸਮ। ਉਪਰੋਕਤ ਸਾਰੇ ਹੀ। ਕਿਸ ਮੁਗਲ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਬਿਨਾਂ ਚੁੰਗੀ ਦੇ ਵਪਾਰ ਕਰਨ ਦੀ ਆਗਿਆ ਦਿੱਤੀ ਸੀ? ਫੁਰਖਸ਼ੀਰ। ਕਿਸ ਨੇ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ? ਲਾਰਡ ਕਲਾਈਵ। ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈਸਵੀ ਵਿੱਚ ਕਿਹੜੀ ਕੰਪਨੀ ਦੀ ਸਥਾਪਨਾ ਕੀਤੀ? ਈਸਟ ਇੰਡੀਆ ਕੰਪਨੀ। ਮੁਗਲ ਬਾਦਸ਼ਾਹ ਜਹਾਂਗੀਰ ਤੋਂ ਕਿਸ ਅੰਗਰੇਜ਼ੀ ਅਫਸਰ ਨੇ ਵਪਾਰਕ ਸਹੂਲਤਾਂ ਪ੍ਰਾਪਤ ਕੀਤੀਆਂ? ਸਰ ਥਾਮਸ ਰੋ। ਪਾਠ 8 ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ। ਚਿੱਤਰ ਵਿਚਲੇ ਵਿਅਕਤੀ ਨੂੰ ਕਿਸ ਦਾ ਮੋਢੀ ਮੰਨਿਆ ਜਾਂਦਾ ਹੈ? ਵਪਾਰ, ਕਲਾ, ਕਾਨੂੰਨ, ਸਿਵਲ ਸਰਵਿਸਿਜ਼। ਇਹਨਾਂ ਦੇ ਵਿੱਚੋਂ ਸਿਵਲ ਸਰਵਿਸਿਜ਼ ਦਾ ਉੱਤਰ ਸਹੀ ਹੈ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਪਾਸ ਕੀਤਾ ਗਿਆ ਸੀ ਰੈਗੂਲੇਟਿੰਗ ਐਕਟ 1773 ਈਸਵੀ। ਲਾਰਡ ਕਾਰਨਵਾਲਿਸ ਦੁਆਰਾ ਕਿਹੜੀ ਪੁਸਤਕ ਤਿਆਰ ਕੀਤੀ ਗਈ? ਕਾਰਨਵਾਲਿਸ ਕੋਡ। 1832 ਈਸਵੀ ਵਿੱਚ ਬੰਗਾਲ ਵਿੱਚ ਨਿਆਂ ਪ੍ਰਣਾਲੀ ਦੀ ਸਥਾਪਨਾ ਕਿਸ ਨੇ ਕੀਤੀ? ਲਾਰਡ ਵਿਲੀਅਮ ਬੈਂਟਿੰਗ। ਜ਼ਿਲ੍ਹਿਆਂ ਵਿੱਚ ਦੀਵਾਨੀ ਅਤੇ ਸਦਰ ਨਿਜ਼ਾਮਤ ਅਦਾਲਤਾਂ ਕਿਸ ਨੇ ਸਥਾਪਤ ਕਰਵਾਈਆਂ? ਵਾਰਨ ਹੇਸਟਿੰਗ। ਕਿਸ ਐਕਟ ਦੁਆਰਾ ਇੰਗਲੈਂਡ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ? ਪਿਟਸ ਇੰਡੀਆ ਐਕਟ 1784 ਈਸਵੀ। ਇੰਗਲੈਂਡ ਵਿੱਚ ਨਵੇਂ ਨਿਯੁਕਤ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦੇ ਅਧਿਕਾਰੀਆਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਕਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀ? ਹੈਲੀਬਰੀ ਕਾਲਜ। 1863 ਵਿੱਚ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚ ਸਫਲ ਹੋਣ ਵਾਲਾ ਪਹਿਲਾ ਭਾਰਤੀ ਕੌਣ ਸੀ? ਸਤਿੰਦਰ ਨਾਥ ਟੈਗੋਰ। ਮੋਂਟੈਗੂ ਚੈਮਸਫੋਰਡ ਰਿਪੋਰਟ ਵਿੱਚ ਇੰਡੀਅਨ ਸਿਵਲ ਸਰਵਿਸਿਜ਼ ਵਿੱਚ ਕਿੰਨੇ ਪ੍ਰਤੀਸ਼ਤ ਭਾਰਤੀਆਂ ਨੂੰ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਗਈ? 33%। 1886 ਈਸਵੀ ਵਿੱਚ ਕਿਸ ਦੁਆਰਾ 15 ਮੈਂਬਰੀ ਪਬਲਿਕ ਕਮਿਸ਼ਨ ਨਿਯੁਕਤ ਕੀਤਾ ਗਿਆ? ਲਾਰਡ ਰਿਪਨ। ਇਸ ਐਕਟ ਅਨੁਸਾਰ ਬੰਗਾਲ ਵਿੱਚ ਗਵਰਨਰ ਜਨਰਲ ਅਤੇ 4 ਮੈਂਬਰਾਂ ਦੀ ਕੌਂਸਲ ਸਥਾਪਿਤ ਕੀਤੀ ਗਈ। ਇਹ ਐਕਟ 1773 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦੇ ਲਈ ਪਾਸ ਹੋਇਆ ਸੀ। ਕੀ ਤੁਸੀਂ ਇਸ ਐਕਟ ਦਾ ਨਾਮ ਦੱਸ ਸਕਦੇ ਹੋ? ਰੈਗੂਲੇਟਿੰਗ ਐਕਟ। ਇਸ ਐਕਟ ਤਹਿਤ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਲ ਨੂੰ ਹੁਣ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਲ ਦਾ ਨਾਂ ਦਿੱਤਾ ਗਿਆ ਅਤੇ ਇਸ ਐਕਟ ਦੁਆਰਾ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਛੱਡ ਕੇ ਸ਼ਾਸਨ ਪ੍ਰਬੰਧ ਵੱਲ ਧਿਆਨ ਦੇਣ ਲਈ ਕਿਹਾ ਗਿਆ। ਇਸ ਐਕਟ ਦਾ ਨਾਮ ਦੱਸੋ? ਚਾਰਟਰ ਐਕਟ। 1773 ਈਸਵੀ ਦੇ ਰੈਗੂਲੇਟਿੰਗ ਐਕਟ ਅਨੁਸਾਰ ਕਲਕੱਤੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ। ਇਸ ਦੇ ਲਈ ਲਾਰਡ ਕਾਰਨਵਾਲਿਸ ਨੇ ਕਾਰਨਵਾਲਿਸ ਕੋਡ ਨਾਂ ਦੀ ਪੁਸਤਕ ਤਿਆਰ ਕਰਵਾਈ ਸੀ। ਕੀ ਤੁਸੀਂ ਜਾਣਦੇ ਹੋ ਕਿ ਇਹ ਪੁਸਤਕ ਵਿੱਚ ਕੀ ਸੀ? ਕਾਨੂੰਨਾਂ ਦਾ ਸੰਗ੍ਰਹਿ। 1853 ਈਸਵੀ ਤੋਂ ਸ਼ੁਰੂ ਕੀਤੀ ਗਈ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਕਿੱਥੇ ਲਈ ਜਾਂਦੀ ਸੀ? ਇੰਗਲੈਂਡ। 1886 ਈਸਵੀ ਵਿੱਚ ਕਿਸ ਦੁਆਰਾ 15 ਮੈਂਬਰਾਂ ਦਾ ਪਬਲਿਕ ਸਰਵਿਸ ਕਮਿਸ਼ਨ ਨਿਯੁਕਤ ਕੀਤਾ ਗਿਆ, ਜਿਸ ਨੇ ਸਿਫਾਰਿਸ਼ ਕੀਤੀ ਸੀ ਕਿ ਸਿਵਲ ਸਰਵਿਸਿਜ਼ ਵਿੱਚ 3 ਭਾਗਾਂ ਵਿੱਚ ਵੰਡਿਆ ਜਾਵੇਗਾ? ਵਾਇਸਰਾਏ ਲਾਰਡ ਰਿਪਨ। ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ ਗਲਤ ਹੈ? ਅੰਗਰੇਜ਼ ਅਧਿਕਾਰੀ ਭਾਰਤੀ ਸੈਨਿਕਾਂ ਨਾਲ ਚੰਗਾ ਵਿਵਹਾਰ ਕਰਦੇ ਸਨ। ਇਹ ਕਥਨ ਗਲਤ ਹੈ। ਲਾਰਡ ਕਾਰਨਵਾਲਿਸ ਨੇ ਅੰਗਰੇਜ਼ੀ ਪ੍ਰਸ਼ਾਸਨ ਵਿੱਚ ਕਾਨੂੰਨ ਅਤੇ ਸ਼ਾਂਤੀ ਸਥਾਪਿਤ ਕਰਨ ਦੇ ਲਈ ਪੁਲਿਸ ਵਿਭਾਗ ਵਿੱਚ ਸੁਧਾਰ ਕੀਤੇ। ਕੀ ਤੁਸੀਂ ਦੱਸ ਸਕਦੇ ਹੋ ਕਿ ਅੰਗਰੇਜ਼ੀ ਪ੍ਰਸ਼ਾਸਨ ਵਿੱਚ ਹਰੇਕ ਥਾਣੇ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ? ਦਰੋਗਾ। 1773 ਈਸਵੀ ਦੇ ਰੈਗੂਲੇਟਿੰਗ ਐਕਟ ਰਾਹੀਂ ਕਿੱਥੇ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ? ਕਲਕੱਤਾ।